ਜੇਕਰ ਇਹੋ ਜਿਹੀਆਂ ਗੱਲਾਂ ਸਰਕਾਰ ਕਰਦੀ ਹੈ ਕਿ ਅਸੀਂ ਝੋਨੇ ਦੀ ਫਸਲ ਦੀ ਕਣਕ ਦੀ ਖਰੀਦ ਬਰਕਰਾਰ ਰਹੂਗੀ, ਸਰਕਾਰੀ ਏਜੰਸੀਆਂ ਖਰੀਦ ਕਰਨਗੀਆਂ ਤੇ ਐਮਐਸਪੀ ਅਸੀਂ ਐਮਐਸਪੀ ਨੂੰ ਕਾਨੂੰਨ ਬਣਾ ਦਿੰਦੇ ਆ ਤੇ ਦੂਜੇ ਪਾਸੇ ਸਰਕਾਰ ਦਾ ਪੈਸਾ ਰੋਕਣਾ, ਫਿਰ ਜਦੋਂ ਪੰਜਾਬ ਨੂੰ ਨਿਚੋੜਨਾ ਚਾਹੁੰਦੇ ਆ ਫਿਰ ਉਹ ਵਿੱਤੀ ਸਹਾਇਤਾ ਦੇਣਗੇ। ਹੁਣ ਸਰਕਾਰ ਨੂੰ ਕੀ ਆ, ਜੇ ਅਸੀਂ ਇਹ ਮੰਗ ਮੰਨਦੇ ਆ ਤਾਂ ਪੰਜਾਬ ਦੇ ਵਿੱਚੋਂ ਇਕੱਲੇ ਚੋਂ ਨਹੀਂ ਬਲਕਿ ਹੋਰ ਸਾਰਾ ਭਾਰਤ ਉੱਠ ਕੇ ਖੜਾ ਹੋਊ ਆਪਣੇ ਆਪਣੇ ਲੋਕਲ ਮੰਗਾਂ ਦੇ ਨਾਲ। ਉਹ ਚੀਜ਼ ਨੂੰ ਦਬਾਉਣ ਵਾਸਤੇ ਸਰਕਾਰ ਚਾਹੁੰਦੀ ਆ ਕਿ ਇਹ ਨੀਤੀ ਨੂੰ ਕਿਤੇ ਨਾ ਕਿਤੇ ਕੀ ਆ ਲਾਗੂ ਕੀਤਾ ਜਾਵੇ। ਹੁਣ ਸੋਧਾਂ ਵਾਸਤੇ ਜੇ ਮੰਨ ਚੁੱਕੇ ਨਾ ਸਰਕਾਰ ਤੇ ਜਿਹੜਾ ਪ੍ਰੈਸ਼ਰ ਬਣਿਆ ਹੋਇਆ ਪ੍ਰੈਸ਼ਰ ਦਾ ਅਸੀਂ ਫਾਇਦਾ ਲੈ ਸਕਦੇ ਹਾਂ। ਸਰਕਾਰ ਨੂੰ ਮਜਬੂਰੀ 'ਚ ਸਾਨੂੰ ਉਹ ਕੀ ਸਭ ਚੀਜ਼ਾਂ ਦਿਓ। ਹੋਰ ਚੀਜ਼ ਤਿਆਰ ਕੀਤੀ ਗਈ ਹੈ ਖੇਤੀ ਘਾਟੇ ਦਾ ਸੌਦਾ। ਮੈਂ ਪੁੱਛਣਾ ਚਾਹਣਾ ਜੇ ਘਾਟੇ ਦਾ ਸੌਦਾ ਫਿਰ ਕਾਰਪੋਰੇਟ ਕਿਉਂ ਇਸ ਫੀਲਡ ਦੇ ਵਿੱਚ ਆਉਣ ਨੂੰ ਤਿਆਰ ਨੇ? ਅਸੀਂ ਜਾਣਦੇ ਹਾਂ ਕਿ ਕਰੋਨਾ ਦੇ ਦੌਰਾਨ ਵੀ 3% ਜੇ ਗਰੋਥ ਰੇਟ ਆਇਆ ਤਾਂ ਇਕੱਲਾ ਖੇਤੀ ਦੇ ਵਿੱਚ ਆਇਆ। ਕਾਰਪੋਰੇਟ ਨੇ ਸਾਡੇ ਤੇ ਅਜੇ ਕੁਝ ਨਹੀਂ ਕਰਨਾ, 5-7 ਸਾਲਾਂ 'ਚ ਹਾਵੀ ਨਹੀਂ ਹੋਣਾ। ਸਭ ਤੋਂ ਪਹਿਲਾਂ ਉਹ ਸਾਡਾ ਢਾਂਚਾ ਖਤਮ ਕਰੂ। ਸਾਡਾ ਖੇਤੀਬਾੜੀ ਮਹਿਕਮਾ ਕਾਰਪੋਰੇਟ ਨੇ ਖਤਮ ਕੀਤਾ। ਅਸੀਂ ਕਹਿੰਦੇ ਆ ਕਿ 18 ਵਿਭਾਗ ਨੇ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਨੂੰ ਤਾਹਾਂ ਚੱਕਣ ਵਾਸਤੇ ਬਣੇ ਆ ਤੇ ਸਰਕਾਰਾਂ ਨੇ ਸਿਰਫ ਉਹ ਚੇਅਰਮੈਨੀਆਂ ਦੇਣ ਨੂੰ ਤੇ ਕਰਜ਼ੇ ਲੈਣ ਨੂੰ ਰੱਖ ਰੱਖੇ ਆ। ਸਿਆਸੀ ਹੁਕਮਰਾਨ ਨੇ ਸਾਡੇ ਇਹ ਖੇਡ ਵੀ ਰਹੇ ਨੇ ਆਰਡੀਨੈਂਸਾਂ ਤੇ। ਉਹ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਚੀਜ਼ ਦੇ ਵਹਿਮ ਵੀ ਹੈ ਕਿ ਕਿਤੇ ਸਟੇਜਾਂ ਤੇ ਗੱਲ ਛੇੜਨਗੇ, ਪਰ ਮੈਂ ਕਹਿਣਾ ਵੀ ਉਹ ਚੀਜ਼ਾਂ ਅਸੀਂ ਵਾਰ-ਵਾਰ ਸਟੇਜਾਂ ਤੇ ਕਹਿ ਚੁੱਕੇ ਹਾਂ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਨੀਤੀ ਘੜਨੀ ਪੈਣੀ ਆ ਜੇ ਪੰਜਾਬ ਦੇ ਵਾਕਈ ਹਿਤੈਸ਼ੀ ਹੈਗੇ ਆ। ਜੇ ਨਿੱਜੀ ਮੁਫਾਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮੂਵਮੈਂਟ ਨੂੰ ਗਲਤ ਪਾਸੇ ਚਲੀ ਗਈ ਤਾਂ ਪੰਜਾਬ ਦੁਆਰਾ ਉੱਠ ਕੇ ਖੜਾ ਨਹੀਂ ਹੋਣਾ। ਅਸੀਂ ਬਿੱਲ ਵਾਪਸ ਕਰਾ ਕੇ ਮੁੜਾਂਗੇ ਪਰ ਵਾਪਸ ਆ ਕੇ ਵੀ ਅਸੀਂ ਉਜੜਾਂਗੇ। ਕਿਉਂ ਉਜੜਾਂਗੇ? ਕਿਉਂਕਿ ਸਾਨੂੰ ਕੀ ਆ ਇੱਕ ਖੇਤੀਬਾੜੀ ਮਾਡਲ ਦੀ ਲੋੜ ਆ। ਕਿਉਂਕਿ ਜਿਹੜੇ ਮਾਡਲ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੇ ਮਾਡਲ ਪਿੱਛੇ ਦੀ ਸੜਕਾਂ ਦੇ ਬੈਠੇ ਉਹ ਮਾਡਲ ਨੇ ਸਾਨੂੰ ਪਹਿਲਾਂ ਕੀ ਦਿੱਤਾ ਇਹ ਵਿਚਾਰਨ ਦੀ ਲੋੜ ਆ। ਹੁਣ ਤੱਕ ਸਾਡੇ ਪਿਛਲੇ 15 ਸਾਲਾਂ ਦੇ ਵਿੱਚ 90,000 ਕਰੋੜ ਦਾ ਸਾਡੇ ਸਿਰ ਕਰਜ਼ਾ ਚੜ੍ਹ ਚੁੱਕਿਆ। ਇਸ ਕਰਕੇ ਸਾਨੂੰ ਅੰਨਦਾਤਾ ਨਹੀਂ, ਸਾਨੂੰ ਬਿਜ਼ਨਸਮੈਨ ਕਹਾਉਣ ਦੀ ਲੋੜ ਆ, ਸਾਨੂੰ ਬਿਜ਼ਨਸਮੈਨ ਬਣਨ ਦੀ ਲੋੜ ਆ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਬਾਈ ਜੀ, ਤੁਸੀਂ ਗੱਲ ਕੀਤੀ ਕਿ ਕੇਂਦਰ ਆਰਥਿਕ ਪੈਕੇਜ ਦੇਵੇ ਜਿਹਦੇ ਨਾਲ ਅਸੀਂ ਆਪਣੀ ਕਾਰਪੋਰੇਟ ਸੁਸਾਇਟੀਆਂ ਨੂੰ ਖੜੇ ਕਰ ਸਕਦੇ ਹਾਂ। ਉਹ ਤਾਂ ਨਿਚੋੜਨਾ ਚਾਹੁੰਦੇ ਆ ਪੰਜਾਬ ਨੂੰ। ਜੋ 1200 ਕਰੋੜ ਦਾ ਆਰਡੀਐਫ ਦਾ ਫੰਡ ਸੀ ਆਪਣਾ, ਉਹ ਵੀ ਉਹਨਾਂ ਨੇ ਰੋਕ ਲਿਆ ਤੇ ਮਨਪ੍ਰੀਤ ਸਿੰਘ ਬਾਦਲ ਲੈਣ ਗਏ ਸੀ, ਉਹਨਾਂ ਨੇ ਸਾਫ਼ ਕੋਰੀ ਨਾ ਕਰਤੀ ਉਹ ਪੈਸੇ ਦੇਣ ਤੋਂ। ਦੂਜਾ ਲੱਗਦਾ ਕਿ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਅਸੀਂ ਇਹਨੂੰ ਸੰਵਿਧਾਨ ਦੇ ਅੰਡਰ ਲੈ ਕੇ ਅੰਡਰ ਕੌਂਸਟੀਟਿਊਸ਼ਨ ਕਰ ਸਕਦੇ ਹਾਂ ਐਮਐਸਪੀ ਨੂੰ, ਕਿ ਸਰਕਾਰੀ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਬਰਕਰਾਰ ਰਹੂਗੀ, ਐਮਐਸਪੀ 'ਤੇ ਖਰੀਦੀਆਂ ਜਾਣਗੀਆਂ, ਸਰਕਾਰੀ ਏਜੰਸੀਆਂ ਹੀ ਖਰੀਦ ਕਰਨਗੀਆਂ। ਜੇਕਰ ਇਹੋ ਜਿਹੀਆਂ ਗੱਲਾਂ ਸਰਕਾਰ ਕਰਦੀ ਹੈ ਕਿ ਅਸੀਂ ਝੋਨੇ ਦੀ ਫਸਲ ਦੀ ਕਣਕ ਦੀ ਖਰੀਦ ਬਰਕਰਾਰ ਰਹੂਗੀ, ਸਰਕਾਰੀ ਏਜੰਸੀਆਂ ਖਰੀਦ ਕਰਨਗੀਆਂ ਤੇ ਐਮਐਸਪੀ ਅਸੀਂ ਐਮਐਸਪੀ ਨੂੰ ਕਾਨੂੰਨ ਬਣਾ ਦਿੰਦੇ ਆ ਤੇ ਦੂਜੇ ਪਾਸੇ ਸਰਕਾਰ ਦਾ ਪੈਸਾ ਰੋਕਣਾ, ਫਿਰ ਜਦੋਂ ਪੰਜਾਬ ਨੂੰ ਨਿਚੋੜਨਾ ਚਾਹੁੰਦੇ ਆ ਫਿਰ ਉਹ ਵਿੱਤੀ ਸਹਾਇਤਾ ਦੇਣਗੇ ਕਿਉਂ? ਤੇ ਦੂਜੇ ਪਾਸੇ ਜੇਕਰ ਇੱਦਾਂ ਦਾ ਕੋਈ ਸਰਕਾਰ ਹੱਲ ਲੈ ਕੇ ਆਉਂਦੀ ਹੈ ਤਾਂ ਫਿਰ ਕੀ ਕਿਸਾਨ ਜਥੇਬੰਦੀਆਂ ਸਵੀਕਾਰ ਕਰ ਸਕਦੀਆਂ ਇਹਨਾਂ ਐਮੈਂਡਮੈਂਟਾਂ ਨੂੰ ਕਿ ਕਾਨੂੰਨ ਬਣਾ ਦਿੰਦੇ ਹਾਂ ਅਸੀਂ ਐਮਐਸਪੀ ਨੂੰ? ਬਾਈ ਜੀ, ਜਿਵੇਂ ਤੁਸੀਂ ਗੱਲ ਕੀਤੀ ਆ, ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਆ ਕਿ ਸਰਕਾਰ ਪਹਿਲਾਂ ਸਰਕਾਰ ਸੋਧਾਂ ਵਾਸਤੇ ਵੀ ਨਹੀਂ ਮੰਨ ਰਹੀ ਸੀ। ਸਰਕਾਰ ਇੱਕੋ ਗੱਲ ਤੇ ਜਿੱਦ ਸੀ ਕਿ ਕਾਨੂੰਨ ਚੰਗੇ ਆ, ਪਰ ਸਾਡੇ ਜ਼ਿਮੀਂਦਾਰਾਂ ਨੇ ਕੀ ਆ, ਸਾਡੀਆਂ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਅਹਿਸਾਸ ਕਰਾਇਆ ਕਿ ਕਾਨੂੰਨ ਮਾੜੇ ਕਿਉਂ ਆ। ਤਾਂ ਉਸ ਤੋਂ ਬਾਅਦ ਹੁਣ ਸਰਕਾਰ ਸੋਧਾਂ ਵਾਸਤੇ ਵੀ ਮੰਨੀ ਆ। ਸਰਕਾਰ ਦੀ ਮਜਬੂਰੀ ਆ, ਸਰਕਾਰ ਨੂੰ ਸਹੇ ਦਾ ਨਹੀਂ ਪੈਸੇ ਦਾ ਰੌਲਾ। ਸਰਕਾਰ ਨੂੰ ਹੁਣ 370 ਜਿਹੜੀ ਧਾਰਾ ਤੋੜੀ ਆ, ਕੋਈ ਜੰਮੂ ਕਸ਼ਮੀਰ 'ਚ ਉੱਠ ਕੇ ਖੜਾ ਨਹੀਂ ਹੋਇਆ, ਹੋਰ ਬਥੇਰੇ ਸਟੇਟਾਂ 'ਚ ਧੱਕੇ ਹੋ ਰਹੇ ਆ। ਹੁਣ ਸਰਕਾਰ ਨੂੰ ਕੀ ਆ, ਜੇ ਅਸੀਂ ਇਹ ਮੰਗ ਮੰਨਦੇ ਆ ਤਾਂ ਪੰਜਾਬ ਦੇ ਵਿੱਚੋਂ ਇਕੱਲੇ ਚੋਂ ਨਹੀਂ ਬਲਕਿ ਹੋਰ ਸਾਰਾ ਭਾਰਤ ਉੱਠ ਕੇ ਖੜਾ ਹੋਊ ਆਪਣੇ ਆਪਣੇ ਲੋਕਲ ਮੰਗਾਂ ਦੇ ਨਾਲ। ਉਹ ਚੀਜ਼ ਨੂੰ ਦਬਾਉਣ ਵਾਸਤੇ ਸਰਕਾਰ ਚਾਹੁੰਦੀ ਆ ਕਿ ਇਹ ਨੀਤੀ ਨੂੰ ਕਿਤੇ ਨਾ ਕਿਤੇ ਕੀ ਆ ਲਾਗੂ ਕੀਤਾ ਜਾਵੇ। ਹੁਣ ਸੋਧਾਂ ਵਾਸਤੇ ਜੇ ਮੰਨ ਚੁੱਕੇ ਨਾ ਸਰਕਾਰ ਤੇ ਜਿਹੜਾ ਪ੍ਰੈਸ਼ਰ ਬਣਿਆ ਹੋਇਆ ਪ੍ਰੈਸ਼ਰ ਦਾ ਅਸੀਂ ਫਾਇਦਾ ਲੈ ਸਕਦੇ ਹਾਂ। ਸਰਕਾਰ ਨੂੰ ਮਜਬੂਰੀ 'ਚ ਸਾਨੂੰ ਉਹ ਕੀ ਸਭ ਚੀਜ਼ਾਂ ਦਿਓ। ਪਰ ਸਾਨੂੰ ਇੱਕ ਗੱਲ ਹੋਰ ਬੜੀ ਚੀਜ਼ ਅਹਿਮ ਆ ਜਿਹੜੀ ਸਮਝਣੀ ਚਾਹੀਦੀ ਆ ਕਿ ਸਾਡਾ ਸਾਰਾ ਕੁਝ ਕੀ ਹੈ ਸੈਂਟਰ ਦੇ ਨਾਲ ਜੁੜਿਆ ਹੋਇਆ। ਅਸੀਂ ਸਟੇਟ ਨੂੰ ਅਲੱਗ ਕਰਕੇ ਨਹੀਂ ਦੇ ਸਕਦੇ ਕਿਉਂਕਿ ਸੈਂਟਰ ਤੇ ਸਟੇਟ ਦੇ ਅਸੀਂ ਮੰਨਦੇ ਹਾਂ ਸਬਜੈਕਟ ਅਲੱਗ-ਅਲੱਗ ਆ। ਹੁਣ ਕਿਹਾ ਜਾਂਦਾ ਕਿ ਐਮਐਸਪੀ ਹੋ ਗਈ ਜਾਂ ਜਿਹੜੀ ਹਰੇਕ ਚੀਜ਼ ਆ ਖੇਤੀ ਸੰਬੰਧੀ ਜਿਹੜਾ ਹੈਗਾ ਇਹ ਵਿਸ਼ਾ, ਇਹ ਸਟੇਟ ਲਿਸਟ ਦਾ ਵਿਸ਼ਾ, ਅਸੀਂ ਜਾਣਦੇ ਹਾਂ ਸਟੇਟ ਲਿਸਟ ਦਾ ਵਿਸ਼ਾ। ਪਰ ਫਿਰ ਅਸੀਂ ਐਮਐਸਪੀ ਤੇ ਜਦੋਂ ਕੈਸ਼ ਕ੍ਰੈਡਿਟ ਲਿਮਟ ਵਾਸਤੇ ਉਹਨਾਂ ਦੇ ਡਿਪੈਂਡੈਂਟ ਆ ਤਾਂ ਸਾਨੂੰ ਸੈਂਟਰ ਦੇ ਨਾਲ ਕਿਤੇ ਨਾ ਕਿਤੇ ਕੀ ਆ ਸੁਖਾਵੇਂ ਮਾਹੌਲ ਦੇ ਵਿੱਚ ਕੀ ਆ ਗੱਲ ਕਰਕੇ ਉਹਨਾਂ ਨੂੰ ਆਪਣੀਆਂ ਮੰਗਾਂ ਵਾਸਤੇ ਕੀ ਆ ਤਿਆਰ ਕਰਨਾ ਪਊਗਾ। ਤੁਸੀਂ ਦੂਸਰੀ ਗੱਲ ਕੀਤੀ ਆ ਮਾਰਕੀਟ ਫੀਸ ਦੀ ਕਿ ਉਹਨਾਂ ਨੇ ਆਰਡੀਐਫ ਦਾ ਹਿਸਾਬ ਲੈ ਲਿਆ। ਮੈਂ ਇੱਕ ਤੁਹਾਡੇ ਚੈਨਲ ਥਰੂ ਗੱਲ ਦੱਸਣੀ ਚਾਹਣਾ ਕਿ ਸਾਡੇ ਨਾਲ ਉਹ ਹਾਲ ਹੋ ਰਿਹਾ ਕਿ ਬਗਾਨੀ ਜਨ ਅਹਿਮਦ ਨੱਚੇ। ਹੁਣ ਜਿਹੜਾ ਪਿਛਲੇ 8 ਸਾਲਾਂ ਤੋਂ ਆਰਡੀਐਫ ਦਾ ਤੇ ਮੰਡੀ ਫੀਸ ਆ ਜਿਹੜੀ 3-3% ਲਈ ਜਾਂਦੀ ਆ, ਉਹ ਖਰਚ ਕਿੱਥੇ ਹੋ ਰਹੀ ਆ? ਉਹ ਸਾਰੀ ਕੀ ਆ ਸਾਡੇ ਪੋਲੀਟੀਸ਼ੀਅਨ ਲੋਕਾਂ ਦੇ ਢਿੱਡਾਂ 'ਚ ਜਾ ਰਹੀ ਆ। ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੀ ਸਿਆਸਤ ਸਾਨੂੰ ਖਾ ਰਹੀ ਆ। ਹੁਣ ਅਸੀਂ ਕੀ ਆ ਉਹਨਾਂ ਵਾਸਤੇ ਲੜ ਰਹੇ ਹਾਂ। ਪਿੱਛੇ ਜੇ ਇੱਕ ਭਲਵਾਨ ਸੀਗਾ ਐਕਸੀਅਨ ਮਾ ਕੇ ਮੰਡੀ ਬੋਰਡ ਦੇ ਵਿੱਚ ਜਿਹੜਾ 600 ਕਰੋੜ ਤੋਂ ਉੱਪਰ ਦਾ ਗਬਨ ਕਰਕੇ ਗਿਆ, ਜਿਹਨੂੰ ਪਿੱਛੇ ਜੇ ਜੇਲ੍ਹ ਦੇ ਵਿੱਚੋਂ ਜ਼ਮਾਨਤ ਮਿਲੀ ਆ ਅਕਾਲੀ ਦਲ ਦੇ ਦੌਰਾਨ।
ਉਸੇ ਤਰ੍ਹਾਂ ਬੜੇ ਲੋਕ ਆ ਜਿਹੜਾ ਪੈਸਾ ਪਿਛਲੇ ਅਸੀਂ ਦੇਖੀ 8 ਸਾਲਾਂ ਤੋਂ ਗਹਿਣੇ ਰੱਖੀ ਹੋਈ ਆਮਦਨ ਹੈ, ਇਹ ਸਾਡੇ ਤੇ ਖਰਚ ਨਹੀਂ ਹੋ ਰਹੀ। ਪੁਰਾਣੇ ਸਮੇਂ 'ਚ ਪਿੰਡਾਂ 'ਚ ਸੜਕਾਂ ਬਣਦੀਆਂ ਸੀ, ਲਿੰਕ ਰੋਡਾਂ ਬਣਦੀਆਂ ਸੀ, ਪਰ ਪਿਛਲੇ 8 ਸਾਲ ਤੋਂ ਪਹਿਲਾਂ ਬਾਦਲ ਸਰਕਾਰ ਨੇ ਗਹਿਣੇ ਰੱਖੀ ਹੋਈ ਸੀ ਇਹ ਆਮਦਨ, ਤੇ ਲੋਨ ਚੱਕਿਆ ਹੋਇਆ ਸੀ ਤੇ ਉਹਨਾਂ ਨੂੰ ਵਰਤਿਆ ਗਲਤ ਢੰਗ ਨਾਲ ਸੀ, ਜਿਹਦਾ ਹਿਸਾਬ ਹੁਣ ਸੈਂਟਰ ਤੋਂ ਮੰਗਿਆ ਗਿਆ ਤੇ ਸਾਡੇ ਕੋਲੇ ਕੋਈ ਜਵਾਬ ਨਹੀਂ। ਇਸੇ ਤਰ੍ਹਾਂ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਵੀ ਇਹਨੂੰ ਗਲਤ ਤਰੀਕੇ ਨਾਲ ਵਰਤਿਆ, ਇਸੇ ਕਰਕੇ ਸੈਂਟਰ ਨੇ ਹੁਣ ਹਿਸਾਬ ਮੰਗਿਆ ਤੇ ਇਹਨਾਂ ਕੋਲੇ ਜਵਾਬ ਨਹੀਂ। ਸੈਂਟਰ ਵੀ ਸਾਡੇ ਤੇ ਕੀ ਆ, ਟੇਢੇ ਤਰੀਕੇ ਨਾਲ ਪ੍ਰੈਸ਼ਰ ਬਣਾਉਣਾ ਬਿਲਡ ਕਰ ਰਿਹਾ। ਸਾਨੂੰ ਪ੍ਰੈਸ਼ਰ ਨੂੰ ਕਿਵੇਂ ਅਸੀਂ ਹੈਂਡਲ ਕਰਨਾ ਹੁਣ ਕਿਸਾਨ ਜਥੇਬੰਦੀਆਂ ਨੇ ਵਿਚਾਰਨਾ। ਬਾਈ ਸਿਆਸੀ ਜੋ ਹੁਕਮਰਾਨ ਨੇ ਸਾਡੇ, ਇਹ ਖੇਡ ਵੀ ਰਹੇ ਨੇ ਆਰਡੀਨੈਂਸਾਂ ਤੇ? ਬਿਲਕੁਲ ਖੇਡ ਰਿਹਾ ਬਾਈ ਜੀ। ਅਸੀਂ ਪਿਛਲੇ ਦਿਨਾਂ ਤੋਂ ਨਾ ਇੱਕ ਤੁਹਾਡੇ ਨਾਲ ਮੈਂ ਖੇਤੀ ਨੀਤੀ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਇੱਕ ਖੇਤੀ ਨੀਤੀ ਸੀ ਜਿਹੜੀ ਲੋਕ ਅਧਿਕਾਰ ਲਹਿਰ ਪਹਿਲਾਂ 1.5-2 ਸਾਲ ਪਹਿਲਾਂ ਤਿਆਰ ਕੀਤੀ ਸੀ। ਉਹ ਖੇਤੀ ਨੀਤੀ ਕੀ ਅਸੀਂ ਚਾਹੁੰਦੇ ਆ ਕਿ ਕਿਸਾਨ ਜਥੇਬੰਦੀਆਂ, ਕਿਉਂਕਿ ਸਿਆਸੀ ਲੋਕਾਂ ਨੇ ਆਪਣੀ ਖੇਡ ਖੇਡਣੀ ਆ, ਅਸੀਂ ਉਹਨਾਂ ਤੋਂ ਬਚਣਾ ਕਿਵੇਂ ਆ, ਉਹਦੇ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਇੱਕ ਗੱਲ ਕਹੀ ਸੀ, ਉੱਥੇ ਵੀ ਜਾ ਕੇ ਅਸੀਂ ਦਿੱਲੀ ਇੱਕੋ ਗੱਲ ਕਹਿੰਦੇ ਆ, ਅਸੀਂ ਬਿੱਲ ਵਾਪਸ ਕਰਾ ਕੇ ਮੁੜਾਂਗੇ ਪਰ ਵਾਪਸ ਆ ਕੇ ਵੀ ਅਸੀਂ ਉਜੜਾਂਗੇ। ਕਿਉਂ ਉਜੜਾਂਗੇ? ਕਿਉਂਕਿ ਸਾਨੂੰ ਕੀ ਆ, ਇੱਕ ਖੇਤੀਬਾੜੀ ਮਾਡਲ ਦੀ ਲੋੜ ਆ। ਕਿਉਂਕਿ ਜਿਹੜੇ ਮਾਡਲ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੇ ਮਾਡਲ ਪਿੱਛੇ ਹੀ ਸੜਕਾਂ ਦੇ ਬੈਠੇ ਉਹ ਮਾਡਲ ਨੇ ਸਾਨੂੰ ਪਹਿਲਾਂ ਕੀ ਦਿੱਤਾ, ਇਹ ਵਿਚਾਰਨ ਦੀ ਲੋੜ ਆ। ਹੁਣ ਤੱਕ ਸਾਡੇ ਪਿਛਲੇ 15 ਸਾਲਾਂ ਦੇ ਵਿੱਚ 90,000 ਕਰੋੜ ਦਾ ਸਾਡੇ ਸਿਰ ਕਰਜ਼ਾ ਚੜ੍ਹ ਚੁੱਕਿਆ। ਉਸ ਤੋਂ ਇਲਾਵਾ 3 ਲੱਖ ਛੋਟਾ ਕਿਸਾਨ ਖੇਤੀ 'ਚੋਂ ਬਾਹਰ ਹੋ ਗਿਆ, ਜਿਹੜਾ ਸ਼ਹਿਰਾਂ ਦੇ ਵਿੱਚ ਜਾ ਕੇ ਚੌਂਕੀਦਾਰੀ ਦਾ ਕੰਮ ਕਰ ਰਿਹਾ। ਉਸ ਤੋਂ ਇਲਾਵਾ ਦੇਖੀਏ ਅਸੀਂ ਆਪਦੀ ਮਾਂ ਦੀ ਕੁੱਖ ਇੰਨੀ ਕੁ ਜ਼ਹਿਰੀਲੀ ਕਰ ਲਈ ਕਿ ਪੰਜਾਬ ਦਾ ਕਿਸਾਨ ਜਿਹੜਾ ਕੀ ਆ ਕਣਕ ਪੈਦਾ ਕਰਦਾ, ਖੁਦ ਰਾਜਸਥਾਨ 'ਚੋਂ ਲਿਆ ਕੇ ਕਣਕ ਖਾਣੀ ਸ਼ੁਰੂ ਕਰ ਦਿੱਤੀ ਆ ਉਹਨੇ। ਤਾਂ ਇਸ ਮਾਡਲ ਦੇ ਨਾਲ ਮੈਂ ਕਹਿਣਾ ਵੀ ਅੱਜ ਲੋਕਾਂ ਦੇ ਦਿਮਾਗ ਖੁੱਲ੍ਹੇ ਆ, ਨੌਜਵਾਨੀ ਜਾਗੀ ਹੋਈ ਆ। ਅਸੀਂ ਇੱਕੋ ਬੇਨਤੀ ਕਿਸਾਨ ਜਥੇਬੰਦੀਆਂ ਨੂੰ ਵੀ ਕਰਦੇ ਆ, ਤੁਸੀਂ ਬਿੱਲ ਵਾਪਸ ਕਰਾ ਕੇ ਜਦੋਂ ਵਾਪਸ ਮੁੜਨਾ ਤਾਂ ਉਹਦੇ ਨਾਲ ਇੱਕ ਖੇਤੀ ਨੀਤੀ ਦਾ ਖਾਲਡਾ ਜ਼ਰੂਰ ਉੱਥੇ ਤਿਆਰ ਕਰਕੇ ਲੋਕਾਂ ਦੇ ਮਨਾਂ 'ਚ ਕੀ ਆ ਉਹਨੂੰ ਚਿਤਰਿਆ ਜਾਵੇ, ਤਾਂ ਕਿ ਲੋਕ ਆ ਕੇ ਉਸ ਨੀਤੀ ਤੇ ਚੱਲ ਕੇ ਬਚਾ ਸਕਣ। ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਸਾਨੂੰ ਸਟੇਜਾਂ ਤੋਂ ਪਾਸੇ ਇਸੇ ਕਰਕੇ ਰੱਖ ਰਹੀਆਂ ਨੇ ਲੋਕ ਅਧਿਕਾਰ ਲਹਿਰ ਦੇ ਕਨਸੈਪਟ ਨੂੰ। ਕਿਉਂਕਿ ਅਸੀਂ ਬਾਈ ਜੀ ਪਿਛਲੇ ਸਮੇਂ ਦੌਰਾਨ ਨਾ 1.5 ਸਾਲ ਪਹਿਲਾਂ ਮੈਂ ਘਟਨਾ ਸਾਂਝੀ ਕਰਦਾ, ਅਸੀਂ ਮੋਗੇ ਦੇ ਵਿੱਚ ਫਰੀਡਮ ਫਾਈਟਰ ਭਵਨ ਦੇ ਵਿੱਚ ਇੱਕ ਮੀਟਿੰਗ ਰੱਖੀ ਸੀ। ਉਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਨੂੰ ਇੱਕੋ ਬੇਨਤੀ ਕੀਤੀ ਸੀ ਕਿ ਸਾਡਾ ਕੋਈ ਝੰਡਾ ਨਹੀਂ ਹੈ, ਸਾਡੀ ਕੋਈ ਸੰਸਥਾ ਨਹੀਂ ਹੈ, ਤੁਸੀਂ ਆਪਣੇ ਆਪਣੇ ਝੰਡੇ ਲੈ ਕੇ ਇਕੱਠੇ ਹੋਵੋ। ਅਸੀਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਸਾਡੀ ਕੋਈ ਖੇਤੀ ਨੀਤੀ ਨਹੀਂ ਹੈ, ਅਸੀਂ ਕਿਉਂ ਨਾ ਇੱਕ ਖੇਤੀ ਨੀਤੀ ਤਿਆਰ ਕਰੀਏ। ਉਹਦੇ ਜਿਹੜੇ ਸੁਝਾਅ ਸੀਗੇ ਉਹ ਤੁਹਾਡੇ ਨਾਲ ਮੈਂ ਸਾਂਝੇ ਵੀ ਕਰਦਾ। ਉਹ ਸੁਝਾਅ ਅਸੀਂ ਉੱਥੇ ਰੱਖੇ ਸੀਗੇ, ਖੇਤੀ ਨੀਤੀ ਤਿਆਰ ਕੀਤੀ ਜਾਵੇ, ਫਿਰ ਉਹ ਨੀਤੀ ਦੇ ਉੱਤੇ ਪਹਿਰਾ ਦੇਣ ਦੇ ਲਈ ਅਸੀਂ ਸਰਕਾਰ ਦੇ ਗਲ 'ਚ ਗੂਠਾ ਦੇਈਏ। ਉਦੋਂ ਜਥੇਬੰਦੀਆਂ ਕੀ ਆ ਚਾਹ ਪੀਣ ਗਈਆਂ, ਵਾਪਸ ਨਹੀਂ ਆਈਆਂ। ਕੁਝ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਚੀਜ਼ ਦੇ ਵਹਿਮ ਵੀ ਹੈ ਕਿਤੇ ਸਟੇਜਾਂ 'ਤੇ ਗੱਲ ਛੇੜਨਗੇ, ਪਰ ਮੈਂ ਕਹਿਣਾ ਵੀ ਉਹ ਚੀਜ਼ਾਂ ਅਸੀਂ ਵਾਰ-ਵਾਰ ਸਟੇਜਾਂ 'ਤੇ ਕਹਿ ਚੁੱਕੇ ਹਾਂ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਨੀਤੀ ਘੜਨੀ ਪੈਣੀ ਆ। ਜੇ ਪੰਜਾਬ ਦੇ ਵਾਕਈ ਹਿਤੈਸ਼ੀ ਹੈਗੇ ਆ, ਜੇ ਨਿੱਜੀ ਮਫਾਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਮੂਵਮੈਂਟ ਨੂੰ ਗਲਤ ਪਾਸੇ ਚਲੀ ਗਈ ਤਾਂ ਪੰਜਾਬ ਦੁਆਰਾ ਉੱਠ ਕੇ ਖੜਾ ਨਹੀਂ ਹੋਣਾ। ਤੁਹਾਨੂੰ ਜਿੱਤ ਦੇ ਨਾਲ ਇੱਕ ਮਾਡਲ ਤਿਆਰ ਕਰਨਾ ਪਊ। ਉਹ ਮਾਡਲ ਦੀ ਰੂਪਰੇਖਾ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨਾਲ ਅਸੀਂ ਸਾਂਝੀ ਕੀਤੀ ਆ ਤੇ ਹੁਣ ਵੀ ਜਥੇਬੰਦੀਆਂ ਨਾਲ ਤੁਹਾਡੇ ਚੈਨਲ ਥਰੂ ਮੈਂ ਲੋਕਾਂ ਦੇ ਵਿੱਚ ਵੀ ਇਹ ਰਾਏ ਭੇਜਣੀ ਚਾਹਣਾ। ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਸ ਪੋਸਟ ਦੇ ਥੱਲੇ ਆਪਣੀ ਰਾਏ ਵੀ ਜ਼ਰੂਰ ਦਿਓ, ਤਾਂ ਕਿ ਉਸ ਨੂੰ ਵੀ ਅਸੀਂ ਕੀ ਆ ਮੰਨ ਕੇ ਉਹ ਚੀਜ਼ ਨੂੰ ਐਡ ਆਨ ਕਰਕੇ ਕੀ ਅਸੀਂ ਜਾ ਕੇ ਜਥੇਬੰਦੀਆਂ ਨਾਲ ਸਾਂਝੀ ਕਰ ਸਕੀਏ। ਮੈਂ ਬਾਈ ਜੀ ਖੇਤੀਬਾੜੀ ਮਾਡਲ ਤੇ ਥੋੜੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹਣਾ। ਜਿਵੇਂ ਬਾਈ ਜੀ ਅਸੀਂ ਕੀ ਐਥੀਕਲ ਪ੍ਰੀਚਿੰਗ ਆ, ਇੱਕ ਨੈਤਿਕ ਤੌਰ ਤੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਕਿਸਾਨ ਇਸ ਤਰ੍ਹਾਂ ਕਰੇ, ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ। ਮੈਂ ਪੁੱਛਣਾ ਚਾਹਣਾ ਸਰਕਾਰ ਤੋਂ ਵੀ ਕਿ ਕੀ ਕਿਸਾਨ ਖੁਦ ਕੇਸ ਕੀ ਆ ਦਲਦਲ ਦੇ ਵਿੱਚ ਫਸਿਆ ਜਾਂ ਸਾਨੂੰ ਫਸਾਇਆ ਗਿਆ? ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ ਸਾਨੂੰ ਕੀ ਇਸ ਦਲਦਲ ਦੇ ਵਿੱਚ ਧੱਕਿਆ ਗਿਆ। ਦੂਸਰਾ ਜਿਹੜਾ ਨੈਰੇਟਿਵ ਕ੍ਰੀਏਟ ਕੀਤਾ ਗਿਆ ਇੱਕ, ਉਹ ਨੈਰੇਟਿਵ ਕੀ ਆ, ਸਭ ਤੋਂ ਪਹਿਲਾਂ ਦੱਸਿਆ ਜਾਂਦਾ ਵੀ ਜਿਹੜਾ ਧੀ ਪੁੱਤ ਨਹੀਂ ਪੜ੍ਹਦਾ ਉਹਨੂੰ ਕਹਿੰਦੇ ਖੇਤੀ 'ਚ ਲਾ ਦਿਓ। ਤਾਂ ਇਹਨੂੰ ਕੀ ਆ ਇੱਕ ਇਸ ਤਰ੍ਹਾਂ ਦਾ ਕਿੱਤਾ ਬਣਾਇਆ ਗਿਆ ਵੀ ਜੇ ਹੋਰ ਕੁਝ ਨਹੀਂ ਤਾਂ ਖੇਤੀ ਦੇ ਵਿੱਚ ਜਾਓ, ਨਹੀਂ ਹੋਰ ਕੰਮ ਕਰ ਲਓ। ਦੂਸਰਾ ਕੀ ਆ, ਇੱਕ ਹੋਰ ਚੀਜ਼ ਤਿਆਰ ਕੀਤੀ ਗਈ ਕਿ ਖੇਤੀ ਘਾਟੇ ਦਾ ਸੌਦਾ। ਮੈਂ ਪੁੱਛਣਾ ਚਾਹਣਾ ਜੇ ਘਾਟੇ ਦਾ ਸੌਦਾ ਫਿਰ ਕਾਰਪੋਰੇਟ ਕਿਉਂ ਇਸ ਫੀਲਡ ਦੇ ਵਿੱਚ ਆਉਣ ਨੂੰ ਤਿਆਰ ਨੇ? ਅਸੀਂ ਜਾਣਦੇ ਹਾਂ ਕਿ ਕਰੋਨਾ ਦੇ ਦੌਰਾਨ ਵੀ 3% ਜੇ ਗਰੋਥ ਰੇਟ ਆਇਆ ਤਾਂ ਇਕੱਲਾ ਖੇਤੀ ਦੇ ਵਿੱਚ ਆਇਆ। ਇਸੇ ਕਰਕੇ ਕਾਰਪੋਰੇਟ ਦਾ ਮੂੰਹ ਹੁਣ ਇੱਧਰ ਨੂੰ ਹੋਇਆ। ਸਾਨੂੰ ਇਹ ਗੱਲਾਂ ਸੋਚਣੀਆਂ ਪੈਣਗੀਆਂ। ਇਹਦੇ ਨਾਲ ਹੀ ਸਾਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਮੰਨਣਾ ਪਊ। ਬਾਬੇ ਨਾਨਕ ਨੇ ਸਾਨੂੰ ਕੀ ਕਿਹਾ? ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਖਰੀ, ਭੇਖ ਦੁਆਰ। ਉੱਤਮ ਖੇਤੀ ਨੂੰ ਕਿਹਾ ਗਿਆ ਤੇ ਖੇਤੀ ਨੂੰ ਅਸੀਂ ਅਖੀਰ ਦੇ ਵਿੱਚ ਲੈ ਗਏ, ਇਹਨੂੰ ਸਾਨੂੰ ਮੂਹਰੇ ਲਿਆਉਣਾ ਪਊ। ਉਸ ਮਾਡਲ ਵਾਸਤੇ ਸਾਨੂੰ ਕਰਨਾ ਕੀ ਪਊ? ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਖੇਤੀ ਨੂੰ ਨਾ ਛੱਡ ਕੇ ਬਲਕਿ ਕੀ ਆ ਖੁਦ ਕੀ ਆ ਖੇਤੀ ਕਰਨੀ ਸਟਾਰਟ ਕਰਨੀ ਪਊ। ਜਿਹੜੇ ਛੱਡ ਵੀ ਰਹੇ ਨੇ, ਜਿਵੇਂ 3 ਲੱਖ ਫਾਰਮਰ ਬਾਹਰ ਆਇਆ ਖੇਤੀ 'ਚੋਂ, ਉਹ 5 ਏਕੜ ਤੱਕ ਦੇ ਫਾਰਮਰ ਆ। 5 ਏਕੜ ਮੈਂ ਕਹਿੰਦਾ ਵੀ 2.5 ਏਕੜ ਜਾਂ 2 ਏਕੜ ਜ਼ਮੀਨ ਦੇ ਵਿੱਚੋਂ ਵੀ ਬੰਦਾ ਸਰਵਾਈਵਲ ਜੋਗੇ ਕੀ ਆ ਬਹੁਤ ਚੰਗੀ ਇਨਕਮ ਆਪਣੀ ਕੀ ਆ ਜਨਰੇਟ ਕਰ ਸਕਦਾ। ਉਹਦੇ ਵਾਸਤੇ ਸਾਨੂੰ ਚਾਹੀਦਾ ਕਿ ਲੋਕ ਖੁਦ ਆਪ ਖੇਤੀ ਦੇ ਵਿੱਚ ਪੈਣ। ਇਸ ਦੇ ਨਾਲ ਬੜੀਆਂ ਚੀਜ਼ਾਂ ਨੇ, ਕਿਉਂਕਿ ਖੇਤੀ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਆ ਕਿ ਸਾਡਾ 80% ਕਿਸਾਨ ਉਹ ਆ ਜਿਹੜਾ ਛੋਟਾ ਕਿਸਾਨ ਆ, ਜਿਹਨੂੰ ਕੀ ਆ ਇੱਕ ਖੇਤੀ ਮਾਡਲ ਦੀ ਲੋੜ ਆ। ਜਿਹੜਾ ਵੱਡਾ ਕਿਸਾਨ ਆ ਉਹਨੂੰ ਕਿਸੇ ਮਾਡਲ ਦੀ ਲੋੜ ਨਹੀਂ, ਉਹ ਆਪਣੇ ਕੀ ਆ ਹੋਰ ਜਰੀਏ ਕੀ ਆ ਪੈਦਾ ਕਰ ਚੁੱਕਿਆ ਜਾਂ ਜਵਾਕਾਂ ਨੂੰ ਬਾਹਰ ਭੇਜ ਰਹੇ ਆ।
ਛੋਟੇ ਕਿਸਾਨ ਨੂੰ ਖੇਤੀਬਾੜੀ ਮਾਡਲ ਦੀ ਲੋੜ ਆ, ਉਹਨੂੰ ਇਹਦੇ ਵਾਸਤੇ ਕਿਸਾਨ ਜਥੇਬੰਦੀਆਂ ਦੇ ਉੱਪਰ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਸਾਨੂੰ ਕੋਈ ਮਾਡਲ ਤਿਆਰ ਕਰਕੇ ਦਿਓ, ਜਿਹਦੇ ਤੋਂ ਬਾਅਦ ਕੀ ਆ, ਤਿਆਰ ਕਰਨ ਤੋਂ ਬਾਅਦ ਅਸੀਂ ਸਰਕਾਰ ਦੇ ਗਲ 'ਚ ਅੰਗੂਠਾ ਦੇਈਏ। ਦੂਸਰੀ ਜਿਹੜੀ ਗੱਲ ਆ, ਸਾਨੂੰ ਲੀਹਾਂ ਤੇ ਤਰਜੀਹਾਂ ਬਦਲਣੀਆਂ ਪੈਣਗੀਆਂ। ਲੀਹਾਂ ਤੇ ਤਰਜੀਹਾਂ ਬਦਲਣ ਤੋਂ ਸਾਡਾ ਮਤਲਬ ਦੋਸਤੋ ਇਹੀ ਆ ਕਿ ਸਾਡਾ ਮੁੱਢਲਾ ਸਰੋਤ ਜਿਹੜਾ ਖੇਤੀਬਾੜੀ ਵਾਲਿਆਂ ਦਾ ਆਮਦਨ ਦਾ, ਉਹ ਅਸੀਂ ਕੀ ਆ, ਖੇਤੀ ਨੂੰ ਨਾ ਮੰਨੀਏ, ਬਲਕਿ ਕੀ ਇਹਨੂੰ ਇੱਕ ਸਹਾਇਕ ਕੀ ਆ, ਆਮਦਨ ਦੇ ਤੌਰ ਤੇ ਲਈਏ। ਤੇ ਮੁੱਢਲਾ ਸਾਡਾ ਸਰੋਤ ਜਿਹੜਾ ਪ੍ਰੋਸੈਸਿੰਗ ਹੋਣੀ ਚਾਹੀਦੀ ਆ, ਖੇਤੀਬਾੜੀ ਜਿਹੜੇ ਪ੍ਰੋਡਕਟ ਆ ਉਹਨਾਂ ਦੀ। ਜਦੋਂ ਅਸੀਂ ਇਹਦੇ ਵੱਲ ਜਾਵਾਂਗੇ, ਖੁਦ ਤਿਆਰ ਕਰਕੇ ਚੀਜ਼ ਵੇਚਾਂਗੇ, ਤਾਂ ਹੁਣ ਕਾਰਪੋਰੇਟ ਨੇ ਕਰਨਾ ਕੀ ਆ, ਰਾ ਮਟੀਰੀਅਲ ਕੀ ਅਸੀਂ ਤਿਆਰ ਕਰਾਂਗੇ, ਤਾਂ ਉਹ ਕਾਰਪੋਰੇਟ ਨੇ ਕਮਾਈ ਕਿੱਥੋਂ ਕਰਨੀ ਆ, ਸਾਨੂੰ ਉਹ ਗੱਲ ਸਮਝਣੀ ਪਊ। ਸਾਨੂੰ ਉਹ ਚੀਜ਼ ਦੇ ਵਿੱਚ ਕੀ ਆ, ਖੁਦ ਆਉਣਾ ਪਊ। ਇਸੇ ਕਰਕੇ ਅਸੀਂ ਕੋਆਪਰੇਟਿਵ ਮਾਡਲ ਨੂੰ ਤਰਜੀਹ ਦੇ ਰਹੇ ਹਾਂ। ਸਾਨੂੰ ਪਿੰਡਾਂ ਦੇ ਮੁੰਡਿਆਂ ਨੂੰ ਰਲ ਕੇ ਕੋਈ ਨਾ ਇਹੋ ਜਿਹੀਆਂ ਕੀ ਆ ਕੰਪਨੀਆਂ ਤਿਆਰ ਕਰਨੀਆਂ ਪੈਣਗੀਆਂ ਤੇ ਖੁਦ ਪ੍ਰੋਸੈਸਿੰਗ ਵੱਲ ਆਉਣਾ ਪਊ। ਉਹਨੂੰ ਸਾਨੂੰ ਕੀ ਆ, ਮੁੱਢਲਾ ਕਿੱਤਾ ਅਪਣਾਉਣਾ ਪਊਗਾ। ਫੇਰ ਹੀ ਅਸੀਂ ਕੀ ਆ, ਇਸ ਮਾਡਲ ਦਾ ਜਿਹੜਾ ਸਾਡੇ ਅੱਗੇ ਹੁਣ ਪਰੋਸਿਆ ਜਾ ਰਿਹਾ, ਇਹਦਾ ਫਾਇਦਾ ਫੇਰ ਹੋ ਸਕਦਾ। ਤੇ ਉਸ ਦੇ ਨਾਲ ਹੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਬਰੀਡਰ ਫਾਰਮ ਦੀ ਪੰਜਾਬ ਦੇ ਵਿੱਚ ਬੜੀ ਲੋੜ ਆ। ਹੁਣ ਪੰਜਾਬ 'ਚ ਦੇਖਿਆ ਜਾਵੇ ਤਾਂ ਦੁਆਬੇ ਖੇਤਰ ਦੇ ਵਿੱਚ ਆਲੂਆਂ ਦੇ ਬਰੀਡਰ ਫਾਰਮ ਕੀ ਆ, ਕੰਟਰੈਕਟ ਫਾਰਮਿੰਗ ਨਾਲ ਤਿਆਰ ਕਰਵਾ ਰਹੇ ਆ। ਸਾਡੀਆਂ ਲੋਕਲ ਲੈਵਲ ਦੇ ਕੀ ਆ ਜਿਹੜੇ ਬੰਦੇ ਆ ਉਹ ਤਿਆਰ ਕਰਾ ਰਹੇ ਆ। 2500 ਏਕੜ ਦੇ ਵਿੱਚ ਕੀ ਆ, ਇੱਕ ਮੈਨੂੰ ਪਿੱਛੇ ਲੈ ਦਿਨੀ ਇੱਕ ਭਾਈ ਸਾਹਿਬ ਮਿਲੇ ਸੀ, ਉਹ ਦੱਸ ਰਹੇ ਸੀ ਕਿ 2500 ਏਕੜ ਦੀ ਕੀ ਆ ਬਰੀਡਰ ਫਾਰਮ ਬਣਾਇਆ ਹੋਇਆ ਆਲੂਆਂ ਦਾ। ਉਸੇ ਤਰ੍ਹਾਂ ਮਸਤੂਣਾ ਸਾਹਿਬ ਸਾਡੀ ਇੱਕ ਧਾਰਮਿਕ ਸੰਸਥਾ ਜਿਹੜੀ ਖੁਦ ਬੀਜ ਤਿਆਰ ਕਰ ਰਹੀ ਆ ਅਲੱਗ-ਅਲੱਗ ਫਸਲਾਂ ਦੇ, ਤੇ ਲੋਕਾਂ ਨੂੰ ਡਿਸਟ੍ਰੀਬਿਊਟ ਸਸਤੇ ਭਾਅ 'ਤੇ ਕਰ ਰਹੀ ਆ। ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਸਾਰੀਆਂ ਧਾਰਮਿਕ ਸੰਸਥਾਵਾਂ ਜਿਵੇਂ ਐਸਜੀਪੀਸੀ ਵਰਗੀ ਸੰਸਥਾ, ਉਹ ਸੰਸਥਾਵਾਂ ਵੀ ਬਾਈ ਜੀ 25000 ਏਕੜ ਜ਼ਮੀਨ ਆ। ਮੈਂ ਕਹਿੰਦਾ ਪੰਜਾਬ ਹਰਿਆਣੇ ਤਾਂ ਇਕੱਲੀ ਐਸਜੀਪੀਸੀ ਕੀ ਆ ਬਰੀਡਰ ਕੀ ਆ ਫਾਰਮ ਤਿਆਰ ਕਰਕੇ ਚੰਗੇ ਬੀਜ ਉਪਲਬਧ ਕਰਵਾ ਸਕਦੀ ਆ। ਉਹਨਾਂ ਵਾਸਤੇ ਸਾਨੂੰ ਡਿਮਾਂਡ ਕਰਨੀ ਚਾਹੀਦੀ ਆ ਤੇ ਇਹਨਾਂ ਨੂੰ ਐਸਜੀਪੀਸੀ ਵਰਗੀਆਂ ਸੰਸਥਾਵਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੀ ਤਰੱਕੀ 'ਚ ਕੀ ਕਰ ਸਕਦੇ ਆ। ਮੈਂ ਕਹਿੰਦਾ ਜੇ ਲੋਕਾਂ ਦੇ ਬੋਝੇ 'ਚ ਹੋਊ ਤਾਂ ਹੀ ਐਸਜੀਪੀਸੀ ਨੂੰ ਮੱਥੇ ਟੇਕਣਗੇ ਤੇ ਉਹਨਾਂ ਨੂੰ ਆਮਦਨ ਹੋਊਗੀ। ਤਾਂ ਲੋੜ ਆ ਉਹਨਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ। ਇਸ ਦੇ ਨਾਲ ਹੀ ਅਸੀਂ ਕੁਝ ਹੋਰ ਚੀਜ਼ਾਂ ਨੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਜ਼ਮੀਨਾਂ ਦੀ ਤੇ ਲੋਕਾਂ ਦੀ ਤਸਵੀਰ ਵੀ ਦੇਖਣੀ ਪਊ। ਅਲੱਗ-ਅਲੱਗ ਖਿੱਤਿਆਂ ਦੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਨੇ। ਹੁਣ ਜਿਵੇਂ ਕਿੰਨੂਆਂ ਦਾ ਬ੍ਰਾਂਡ ਅਬੋਹਰ ਦਾ ਮਸ਼ਹੂਰ ਆ, ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਿਆੜਕੀ ਦਾ ਗੁੜ ਤੇ ਮਾਹ ਮਸ਼ਹੂਰ ਨੇ। ਇਸੇ ਤਰ੍ਹਾਂ ਸਾਨੂੰ ਆਪਣੇ ਅਲੱਗ-ਅਲੱਗ ਖਿੱਤਿਆਂ ਦੇ ਬ੍ਰਾਂਡ ਤਿਆਰ ਕਰਨੇ ਪੈਣਗੇ। ਮੈਂ ਤਲਵੰਡੀ ਸਾਬੋ ਨੂੰ ਬਿਲੋਂਗ ਕਰਦਾ ਬਠਿੰਡੇ ਜ਼ਿਲ੍ਹੇ ਦੇ ਵਿੱਚ, ਉੱਥੇ ਨਾਲ ਹੀ ਲਾਲਿਆਣਾ ਪਿੰਡ ਪੈਂਦਾ। ਉਹ ਸਾਰਾ ਪਿੰਡ ਕੀ ਆ, ਉਹ ਪਹਾੜੀ ਮਿਰਚ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਆ। ਉਸੇ ਤਰ੍ਹਾਂ ਸਾਡੇ ਨਾਲ ਬੁਰਜ ਮਾਨਸਾ ਪੈਂਦਾ ਜਿੱਥੇ ਸਾਰਾ ਪਿੰਡ ਹੀ ਸਬਜ਼ੀ ਦੀ ਖੇਤੀ ਕਰਦਾ। ਛੋਟੀ ਕਿਸਾਨੀ ਆ ਪਰ ਬੜੇ ਸੌਖੇ ਨੇ ਲੋਕ। ਤਾਂ ਉਹ ਮਾਡਲਾਂ ਵੱਲ ਸਾਨੂੰ ਆਉਣਾ ਪਊ। ਉਸ ਤੋਂ ਬਾਅਦ ਸਾਨੂੰ ਇਕੋਲੋਜੀਕਲ ਜਿਹੜਾ ਬੈਲੈਂਸ ਆ ਉਹਦੇ ਬਾਰੇ ਵੀ ਸੋਚਣਾ ਪਊਗਾ। ਹੁਣ ਸਾਨੂੰ ਕਿਹਾ ਜਾਂਦਾ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਅਸੀਂ ਨਾ ਲਾਵਾਂਗੇ। ਸਾਨੂੰ ਇਸ ਮਾਡਲ 'ਚ ਧੱਕਿਆ ਕਿਹਨੇ ਆ? ਸਰਕਾਰਾਂ ਨੇ ਧੱਕਿਆ ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ। ਹੁਣ ਸਰਕਾਰ ਜੇ ਵਾਕਈ ਇਹਦੇ ਪ੍ਰਤੀ ਸੁਹਿਰਦ ਹੈਗੀ ਆ ਤਾਂ ਸਰਕਾਰ ਕੀੜੇ ਮਾਰ ਦਵਾਈਆਂ ਦੇ ਬੈਨ ਕਿਉਂ ਨਹੀਂ ਲਾਉਂਦੀ? ਅਸੀਂ ਆਪਣੇ ਆਪ ਕੀ ਆ ਚੰਗੀ ਜਿਹੜੀ ਹੈਗੀ ਆ ਪ੍ਰੋਡਕਟ ਤਿਆਰ ਕਰਾਂਗੇ ਜਿਹੜੀ ਕਿ ਆਰਗੈਨਿਕ ਹੋਊਗੀ ਤੇ ਸਾਨੂੰ ਆਪਣੇ ਰੇਟ ਵੀ ਵੱਧ ਮਿਲਣਗੇ। ਅਸੀਂ 25 ਮਣ ਝਾੜ ਤੇ ਵੀ ਕੀ ਆ ਸਬਰ ਕਰਨ ਨੂੰ ਤਿਆਰ ਆ। ਪਰ ਸਰਕਾਰ ਨੂੰ ਦਵਾਈਆਂ ਬੰਦ ਕਰੇ, ਸਾਡਾ ਉਹਨਾਂ ਨੂੰ ਕਿ ਅੱਗ ਲਾਈ ਦਿਖਦੀ ਆ। ਪਰ ਸਾਨੂੰ ਉਸ ਮਾਡਲ ਵੱਲ ਜਿਹੜਾ ਕੀ ਆ ਹੋ ਰਿਹਾ। ਹੁਣ ਗ੍ਰੀਨ ਟ੍ਰਿਬਿਊਨਲ ਬਣਾਤੀ, ਪਰ ਗ੍ਰੀਨ ਟ੍ਰਿਬਿਊਨਲ ਨੇ ਸਾਨੂੰ ਦਿੱਤਾ ਕੀ ਆ? ਸਰਕਾਰ ਨੇ ਸਾਨੂੰ ਕੀ ਸਾਧਨ ਦਿੱਤੇ ਆ? ਸਾਡੇ ਕੋਲ ਛੋਟੀ ਕਿਸਾਨੀ ਜ਼ਿਆਦੇ ਆ, ਉਹਨਾਂ ਨੂੰ ਸਾਧਨ ਵੀ ਪ੍ਰੋਵਾਈਡ ਕਰਵਾਉਣੇ ਪੈਣਗੇ। ਤੇ ਨਾਲ ਸਰਕਾਰ ਨੂੰ ਹੁਣ ਮੈਂ ਦੱਸਣਾ ਚਾਹੁੰਦਾ ਭਾਈ ਸਾਹਿਬ ਕਿ ਕਾਰਪੋਰੇਟ ਆ ਨਾ, ਜਿਹੜਾ ਕਾਰਪੋਰੇਟ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਮਹਿਕਮੇ ਖਤਮ ਕਰਨ ਵੱਲ ਜਾ ਰਿਹਾ। ਤੁਸੀਂ ਜਿਵੇਂ ਗੱਲ ਕੀਤੀ ਸੀ, ਕਾਰਪੋਰੇਟ ਨੇ ਸਾਡੇ ਤੇ ਅਜੇ ਕੁਝ ਨਹੀਂ ਕਰਨਾ, 5-7 ਸਾਲਾਂ 'ਚ ਹਾਵੀ ਨਹੀਂ ਹੋਣਾ। ਸਭ ਤੋਂ ਪਹਿਲਾਂ ਉਹ ਸਾਡਾ ਢਾਂਚਾ ਖਤਮ ਕਰੂ। ਸਾਡਾ ਖੇਤੀਬਾੜੀ ਮਹਿਕਮਾ ਕਾਰਪੋਰੇਟ ਨੇ ਖਤਮ ਕੀਤਾ। ਪਿਛਲੇ ਦਿਨੀ ਖੇਤੀਬਾੜੀ ਮਹਿਕਮੇ 'ਚੋਂ ਏਡੀਓ ਦੀਆਂ ਤੇ ਇੰਸਪੈਕਟਰਾਂ ਦੀਆਂ ਪੋਸਟਾਂ ਹੀ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਕੰਮ ਨਹੀਂ ਕਰਦੇ ਸੀ। ਉਹ ਵਿਹਲੇ ਕਰ ਦਿੱਤੇ ਗਏ ਸੀ ਤੇ ਜਿਹੜੇ ਮੁਲਾਜ਼ਮ ਉਹ 'ਚ ਕੰਮ ਕਰ ਰਹੇ ਆ ਉਹ ਕਰ ਕੀ ਰਹੇ ਆ? ਫੀਲਡ ਕੰਮ ਕੋਈ ਨਹੀਂ ਕਰਦਾ, ਸਿਰਫ ਦੁਕਾਨਾਂ ਤੇ ਜਾਂਦੇ ਆ। ਰੇਹਾਂ ਸਪਰੇਆਂ ਵਾਲੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਕਾਰਪੋਰੇਟ ਘਰਾਣੇ ਆ, ਉਹਨਾਂ ਦੀਆਂ ਦਵਾਈਆਂ ਨੂੰ ਵੇਚਣ ਦੇ ਲੋਕਾਂ ਦੇ ਪ੍ਰੈਸ਼ਰ ਪਾਏ ਜਾ ਰਹੇ ਆ, ਰੁਪਈਆ ਲੈ ਜਾ ਰਿਹਾ ਤੇ ਹੌਲੀ ਹੌਲੀ ਕੀ ਆ ਉਹਨਾਂ ਦੀ ਜਿਹੜੀ ਕੀ ਆ ਸਾਖ ਆ ਉਹ ਵੱਢੀ ਜਾ ਰਹੀ ਆ। ਖੇਤੀਬਾੜੀ ਮਹਿਕਮਾ ਵੀ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ। ਉਹਦੇ ਵੱਲ ਵੀ ਸਾਨੂੰ ਕੀ ਆ ਸੋਚਣਾ ਪਊਗਾ। ਤੇ ਇਹਦੇ ਨਾਲ ਨਾਲ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਕਿਸਾਨ ਕਰ ਸਕਦਾ ਉਹਦੇ ਬਾਰੇ ਗੱਲ ਕੀਤੀ ਆ। ਤੇ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ? ਹੁਣ ਦੇਖੋ, ਸਰਕਾਰ ਐਕਸਪੋਰਟ ਇੰਪੋਰਟ ਦਾ ਜਿਹੜਾ ਕੰਮ ਉਹ ਸਰਕਾਰ ਦੇ ਹੱਥ 'ਚ ਆ, ਉਹ ਸੈਂਟਰ ਸਰਕਾਰ ਦਾ ਫੈਸਲਾ, ਇਹ ਸਬਜੈਕਟ ਸੈਂਟਰ ਸਰਕਾਰ ਦਾ। ਹੁਣ ਅਸੀਂ ਗੱਲ ਕਰਦੇ ਹਾਂ ਸਟੇਟ ਦੀ, ਤਾਂ ਸਟੇਟ ਸਿਰਫ ਕੀ ਆ ਅਸੀਂ ਲੋਕ ਪੈਦਾ ਕਰ ਸਕਦੇ ਹਾਂ। ਉਹਦੇ ਵਾਸਤੇ ਸਾਨੂੰ ਸੈਂਟਰ ਤੇ ਦਬਾਅ ਬਣਾਉਣਾ ਪਊਗਾ। ਸਿਰਫ ਅਸੀਂ ਦਬਾਅ ਬਣਾ ਸਕਦੇ ਹਾਂ, ਕਰ ਕੁਝ ਨਹੀਂ ਸਕਦੇ। ਉਹਦੇ ਵਾਸਤੇ ਵਾਰ-ਵਾਰ ਜਿਵੇਂ ਗੱਲ ਹੁੰਦੀ ਆ, ਸਾਨੂੰ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਰੱਖਣਾ ਪਊ। ਇਹਨਾਂ ਜਥੇਬੰਦੀਆਂ ਨੂੰ ਕੀ ਹੈ ਇੱਕ ਗੱਠ ਵੱਜ ਕੇ ਰਹਿਣਾ ਪਊ। ਜੇ ਜਾ ਕੇ ਖਿੰਡ ਗਈਆਂ ਤਾਂ ਪੰਜਾਬ ਨੇ ਫੇਰ ਖਿੰਡ ਜਾਣਾ। ਬੜੀ ਖੁਸ਼ੀ ਆ ਕਿ ਇਹ ਇਕੱਠੇ ਹੋਏ ਆ, ਇਸ ਕਰਕੇ ਇਹਨਾਂ ਨੂੰ ਇਕੱਠੇ ਰਹਿਣਾ ਪਊ। ਹੁਣ ਅਸੀਂ ਵਾਰ-ਵਾਰ ਗੱਲ ਕਰਦੇ ਹਾਂ, ਹੁਣ ਸਟੇਟ ਸਬਜੈਕਟ ਦੀ ਗੱਲ ਕੀਤੀ ਜਾਂਦੀ ਆ ਕਿ ਖੇਤੀਬਾੜੀ ਸਟੇਟ ਸਬਜੈਕਟ ਆ, ਪਰ ਇਹਦੀ ਮਾਰਕੀਟਿੰਗ ਵਾਸਤੇ ਸੈਂਟਰ ਵੱਲ ਕਿਉਂ ਦੇਖ ਰਹੇ ਆ? ਹੁਣ ਸੈਂਟਰ ਨੇ ਕਾਨੂੰਨ ਲੈ ਕੇ ਆਂਦੇ ਆ, ਪਰ ਜੇਕਰ ਅਸੀਂ ਬਹਿਸ ਦੇ ਵਿੱਚ ਪੈ ਜਾਈਏ ਤਾਂ ਅਖੀਰ ਨੂੰ
ਸੁਪਰਸੀਡ ਹਮੇਸ਼ਾ ਕੀ ਆ ਸੈਂਟਰ ਨੇ ਕੀਤਾ। ਪਹਿਲਾਂ ਵੀ ਕਾਨੂੰਨ ਬੜੇ ਵਾਰ ਬਣਿਆ, ਸਟੇਟ ਲਿਸਟ ਦੇ ਜਿਹੜੇ ਸੀਗੇ ਕਨਸੈਪਟ ਉਹਨਾਂ ਦੇ ਸੈਂਟਰ ਹਾਵੀ ਹੋਇਆ ਸੁਪਰਸੀਡ ਕਰਦਾ, ਕਿਉਂਕਿ ਉਹਨਾਂ ਕੋਲੇ ਪਾਵਰ ਜ਼ਿਆਦਾ। ਉਹਦੇ ਵਾਸਤੇ ਸਾਨੂੰ ਉਹਨਾਂ ਨਾਲ ਸੰਬੰਧ ਵੀ ਸਿਖਾਵੇਂ ਰੱਖਣੇ ਪੈਣਗੇ ਤੇ ਪ੍ਰੈਸ਼ਰ ਬਣਾ ਕੇ ਰੱਖੇ ਜਾ ਸਕਦੇ ਆ, ਜਿਵੇਂ ਹੁਣ ਪ੍ਰੈਸ਼ਰ ਬਣਿਆ। ਉਸੇ ਤਰ੍ਹਾਂ ਜਿਵੇਂ ਅਸੀਂ ਗੱਲ ਕਰਦੇ ਹਾਂ ਫੂਡ ਪ੍ਰੋਸੈਸਿੰਗ ਦੀ, ਹੁਣ ਛੋਟੇ ਲੈਵਲ ਤੇ ਫੂਡ ਪ੍ਰੋਸੈਸਿੰਗ ਅਸੀਂ ਕਰ ਸਕਦੇ ਹਾਂ, ਪਰ ਵੱਡੇ ਲੈਵਲ ਤੇ ਜੇ ਫੂਡ ਪ੍ਰੋਸੈਸਿੰਗ ਦੀ ਗੱਲ ਕਰੀਏ ਉਹਦੇ ਵਾਸਤੇ ਭਾਈ ਸਾਹਿਬ ਮੈਂ ਦੱਸਣਾ ਚਾਹਣਾ ਕਿ ਪਿਛਲੇ ਨਾ ਕਾਫੀ ਲੰਮੇ ਸਮੇਂ ਤੋਂ ਅਸੀਂ ਸਟੇਜਾਂ ਤੇ ਵੀ ਗੱਲ ਕਰਦੇ ਰਹੇ ਤੇ ਸਟੇਜਾਂ ਦੇ ਕਿਸਾਨ ਜਥੇਬੰਦੀਆਂ ਸਾਨੂੰ ਇਸੇ ਗੱਲ ਕਰਕੇ ਮਨਾ ਕਰਦੀਆਂ ਰਹੀਆਂ ਕਿ ਤੁਸੀਂ ਬੋਲ ਕੇ ਚਲੇ ਜਾਂਦੇ ਹੋ, ਬਾਅਦ 'ਚ ਲੋਕ ਸਾਨੂੰ ਸਵਾਲ ਕਰਦੇ ਆ ਕਿ ਜਥੇਬੰਦੀਆਂ ਨੇ ਤੁਸੀਂ ਪਹਿਲਾਂ ਕਿਉਂ ਨਹੀਂ ਜਾ ਕੇ ਪਹਿਲਾਂ ਇਹਨਾਂ ਗੱਲਾਂ ਬਾਰੇ ਕਿਉਂ ਨਹੀਂ ਗੱਲ ਕੀਤੀ। ਅਸੀਂ ਕਹਿੰਦੇ ਆ ਕਿ 18 ਵਿਭਾਗ ਨੇ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਨੂੰ ਤਾਹਾਂ ਚੱਕਣ ਵਾਸਤੇ ਬਣੇ ਆ ਤੇ ਸਰਕਾਰਾਂ ਨੇ ਸਿਰਫ ਉਹ ਚੇਅਰਮੈਨੀਆਂ ਦੇਣ ਨੂੰ ਤੇ ਕਰਜ਼ੇ ਲੈਣ ਨੂੰ ਰੱਖ ਰੱਖੇ ਆ। ਜਿਹੜੇ ਮਹਿਕਮੇ ਨੇ ਉਹ ਮਹਿਕਮੇ ਹੈਗੇ ਆ ਮਾਰਕਫੈਡ ਆ, ਵੇਅਰ ਹਾਊਸ ਆ, ਪਣਸਪਾ, ਪਣਸੀੜਾ, ਪੰਜਾਬ ਐਗਰੋ ਐਕਸਪੋਰਟ ਆ, ਖੇਤੀਬਾੜੀ ਯੂਨੀਵਰਸਿਟੀ ਆ, ਕਿੰਨੇ ਡਿਪਾਰਟਮੈਂਟ ਨੇ, ਠੀਕ ਆ, 1.5 ਦਰਜਨ ਦੇ ਕਰੀਬ ਵਿਭਾਗ ਨੇ। ਇਹਨਾਂ ਵਿਭਾਗਾਂ ਨੂੰ ਸਰਕਾਰ ਵਿੱਚ ਰੱਖੇ। ਮੈਂ ਕਹਿੰਦਾ ਕੰਟਰੈਕਟ ਫਾਰਮਿੰਗ ਹੋਣੀ ਆ, ਮੈਂ ਕਹਿੰਦਾ ਕੰਟਰੈਕਟ ਫਾਰਮਿੰਗ ਦੇ ਵਿੱਚ ਇਹਨਾਂ ਨੂੰ ਇੱਕ ਧਿਰ ਬਣਾ ਕੇ ਵਿੱਚ ਲਿਆ ਜਾਵੇ ਤਾਂ ਕਿ ਕਿਸਾਨ ਦੇ ਹਿੱਤਾਂ ਨੂੰ ਬਚਾਇਆ ਜਾ ਸਕੇ, ਇਹਨਾਂ ਤੋਂ ਕੰਮ ਲਿਆ ਜਾਵੇ। ਕੱਲਾ ਵੇਅਰ ਹਾਊਸ ਡਿਪਾਰਟਮੈਂਟ ਕੋਲੇ ਇੰਨੇ ਕੁ ਗੋਦਾਮ ਬਣੇ ਹੋਏ ਆ ਸ਼ਹਿਰੀ ਖੇਤਰ ਦੇ ਵਿੱਚ, ਕੱਲੀਆਂ ਦਾਲਾਂ ਦਾ ਕੰਮ ਉਹਨੂੰ ਸੌਂਪ ਦਿੱਤਾ ਜਾਵੇ। ਮੇਰੇ ਖਿਆਲ 'ਚ 50% ਦਾਲਾਂ ਤਿਆਰ ਕਰੇ ਤਾਂ ਉਹਦੀ ਪ੍ਰੋਕਿਉਰਮੈਂਟ ਵੀ ਹੋ ਸਕਦੀ ਆ। ਸਾਡੇ ਕੋਲ ਇਹਨਾਂ ਜ਼ਬਰਦਸਤ ਢਾਂਚਾ ਕਿਸੇ ਸਟੇਟ ਕੋਲੇ ਨਹੀਂ ਹੈ। ਉਹ ਢਾਂਚੇ ਤੋਂ ਅਸੀਂ ਕੰਮ ਲੈਣ ਹੀ ਲਾ ਲਈਏ ਤਾਂ ਇਹੋ ਜਿਹੇ ਕਾਨੂੰਨ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ। ਇਹ ਵੀ ਸਾਨੂੰ ਕੀ ਆ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਉੱਪਰ ਕੀ ਆ ਪ੍ਰੈਸ਼ਰ ਬਣਾਉਣਾ ਪਊ। ਅਸੀਂ ਅਕਸਰ ਵੀਡੀਓ ਦੇ ਵਿੱਚ ਵੀ ਗੱਲ ਕਰਦੇ ਹੁੰਦੇ ਆ ਕਿ ਵੇਰਕਾ ਸਾਡੇ ਪੰਜਾਬ ਦਾ ਅਦਾਰਾ, ਪੰਜਾਬ ਸਰਕਾਰ ਦਾ ਅਦਾਰਾ। ਨੈਸਲੇ ਇੱਕ ਬਾਹਰਲੀ ਕੰਪਨੀ, ਉਹ ਸਾਨੂੰ ਆ ਕੇ ਕੀ ਆ ਲੁੱਟ ਨਹੀਂ ਸਕੀ। ਕਿਉਂ ਨਹੀਂ ਲੁੱਟ ਸਕੀ? ਕਿਉਂਕਿ ਨੈਸਲੇ ਜਿਹੜੀ ਕੀ ਆ ਇੱਥੇ ਆ ਕੇ ਸਾਨੂੰ 60 ਪੈਸੇ ਫੈਟ ਦਾ ਰੇਟ ਤਾਂ ਵੱਧ ਦਿੰਦੀ ਆ, ਬਰਾਬਰ ਕੀ ਆ ਸ਼ਰੀਕ ਖੜਾ ਸਰਕਾਰੀ ਵੇਰਕਾ। ਉਸੇ ਤਰ੍ਹਾਂ ਸਾਨੂੰ ਕਾਰਪੋਰੇਟ ਦੇ ਸ਼ਰੀਕ ਖੜੇ ਕਰਨੇ ਪੈਣਗੇ। ਇਹ ਕਾਰਪੋਰੇਟ ਕੀ ਆ, ਜੇ ਸਰਕਾਰਾਂ ਜਿਵੇਂ ਹੁਣ ਕੰਮ ਕਰਦੀਆਂ, ਅਮਰਿੰਦਰ ਸਿੰਘ ਦੀ ਸਰਕਾਰ ਆ, ਪਹਿਲਾਂ ਬਾਦਲਾਂ ਦੀ ਸਰਕਾਰ ਆ, ਇਹ ਸਾਡੇ ਸਿਸਟਮ ਨੂੰ ਜਰਜਰਾ ਕਰਨ ਤੇ ਲੱਗੇ ਹੋਏ ਆ। ਜਰਜਰਾ ਕਰਨ ਤੋਂ ਬਾਅਦ ਹੁਣ ਸੈਂਟਰ ਨੇ ਕਾਰਪੋਰੇਟ ਨੇ ਲਿਆ ਕੇ ਇਹਨਾਂ ਨੂੰ ਬਿਲਕੁਲ ਖਤਮ ਕਰ ਦੇਣਾ 5-7 ਸਾਲਾਂ ਦੇ ਵਿੱਚ, ਫਿਰ ਸਾਨੂੰ ਲੁੱਟਣਾ ਸ਼ੁਰੂ ਕਰਨਗੇ। ਇਸ ਕਰਕੇ ਸਾਨੂੰ ਇਹਨਾਂ ਵਿਭਾਗਾਂ ਨੂੰ ਬਚਾਉਣ ਦੀ ਲੋੜ ਆ। ਉਹਦੇ ਵਾਸਤੇ ਇੱਕ ਲੜਾਈ ਘਰ ਆ ਕੇ ਲੜਨੀ ਪਊ, ਜਿਹਦੇ ਵਾਸਤੇ ਅਸੀਂ ਪੰਜਾਬ ਦੇ ਪਿੰਡਾਂ 'ਚ ਪੁਰਾਣੇ ਲੰਮੇ ਸਮੇਂ ਤੋਂ ਨਿਕਲੇ ਹੋਏ ਆ। ਤੇ ਲਾਸਟ ਦੇ ਵਿੱਚ ਮੈਂ ਇੱਕੋ ਗੱਲ ਕਰਨੀ ਚਾਹਣਾ ਕਿ ਪੰਜਾਬ ਦਾ ਜਿਹੜਾ ਯੂਥ ਆ ਤੇ ਪੰਜਾਬ ਦਾ ਕਿਸਾਨ ਆ, ਅਸੀਂ ਅੰਨਦਾਤੇ ਕਹਾਉਣੇ ਆ। ਦਾਤਾ ਕੌਣ ਹੁੰਦਾ? ਜਿਹੜਾ ਮੁਫਤ ਦੇ ਵਿੱਚ ਕੋਈ ਚੀਜ਼ ਦਿੰਦਾ। ਅਸੀਂ ਮੁਫਤ 'ਚ ਕੀ ਦਿੰਦੇ ਆ? ਅਸੀਂ ਅੰਨਦਾਤੇ ਨਹੀਂ। ਸਾਨੂੰ ਹੁਣ ਕੀ ਆ ਬਿਜ਼ਨਸਮੈਨ ਬਣਨਾ ਪਊ। ਸਾਨੂੰ ਆਪਣੀ ਪ੍ਰੋਡਕਟ ਖੁਦ ਸੇਲ ਕਰਨੀ ਪਊ। ਅਸੀਂ 2 ਰੁਪਏ ਦਾ ਅਨਾਜ ਵੇਚਦੇ ਆ, ਮੰਨ ਲਓ ਸਬਜ਼ੀ ਦੀ ਐਗਜ਼ਾਮਪਲ ਲਾ ਲਓ, ਅਸੀਂ 2 ਰੁਪਏ ਨੂੰ ਕੀ ਆ ਸਬਜ਼ੀ ਵੇਚਦੇ ਆ। ਇੱਕ ਫੜੀ ਵਾਲਾ ਉਹਨੂੰ ਕੀ ਆ ਲੈ ਲੈਂਦਾ 8-10 ਰੁਪਏ 'ਚ, ਉਹ ਤੋਂ ਵੀ ਕਹਾ ਕੀ ਆ ਵੱਡੇ ਮੌਲ ਖਰੀਦ ਲੈਂਦੇ ਆ, ਉਹ 15-20 ਰੁਪਏ 'ਚ ਸਾਨੂੰ ਦੇ ਰਿਹਾ। ਤਾਂ ਖਪਤਕਾਰ ਦੀ ਵੀ ਲੁੱਟ ਹੋ ਰਹੀ ਆ। ਤੇ ਜੇਕਰ ਮੈਂ ਕਹਿਣਾ ਅਸੀਂ ਉਹ ਚੀਜ਼ ਨੂੰ ਕੀ ਆ ਪ੍ਰੋਸੈਸਿੰਗ ਕਰਕੇ ਅੱਗੇ ਲਿਜਾ ਕੇ ਵੇਚੀਏ ਤਿਆਰ ਕਰਕੇ, ਤਾਂ ਮੈਂ ਕਹਿਣਾ ਵੀ ਸਾਨੂੰ ਬੜਾ ਵੱਡਾ ਫਾਇਦਾ ਹੋ ਸਕਦਾ। ਇਸ ਕਰਕੇ ਸਾਨੂੰ ਅੰਨਦਾਤਾ ਨਹੀਂ, ਸਾਨੂੰ ਬਿਜ਼ਨਸਮੈਨ ਕਹਾਉਣ ਦੀ ਲੋੜ ਆ, ਸਾਨੂੰ ਬਿਜ਼ਨਸਮੈਨ ਬਣਨ ਦੀ ਲੋੜ ਆ। ਤੇ ਲਾਸਟ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਏਜੰਡੇ ਵੀ ਅਸੀਂ ਤੈਅ ਕਰੀਏ।